ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਨੇ ਆਪਣੇ ਚੋਣ ਨਿਸ਼ਾਨ ਝਾੜੂ ਤੇ ਲੜੀਆਂ ਜਾਣਗੀਆਂ ਤੇ ਮੈਮ ਇੱਕ ਸੀ 2017 ਜਦੋਂ ਆਪ ਦਾ ਜਿਹੜਾ ਕ੍ਰੇਜ਼ ਆ ਸਿਰ ਚੜ੍ਹ ਕੇ ਬੋਲਦਾ ਸੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਉਤਾਰ ਚੜ੍ਹਾਅ ਪਾਰਟੀ ਦੇ ਵਿੱਚ ਆਉਂਦੇ ਗਏ ਤੇ ਅਜਿਹੇ ਦੇ ਵਿੱਚ ਹੁਣ ਇੱਕ ਸੈਮੀਫਾਈਨਲ ਮੈਚ ਦੀ ਤਰ੍ਹਾਂ ਸਭ ਤੋਂ ਪਹਿਲਾਂ ਤੁਸੀਂ ਨਗਰ ਨਿਗਮ ਚੋਣਾਂ ਤੋਂ 2022 ਦੀ ਜਿਹੜੀ ਸ਼ੁਰੂਆਤ ਹੈ ਉਹ ਕਰਨ ਜਾ ਰਹੇ ਹੋ। ਕੀ ਲੱਗਦਾ ਮੈਮ ਤੁਹਾਨੂੰ? ਦੇਖੋ ਜੀ, ਅਸੀਂ ਤਾਂ ਚਾਹੁੰਦੇ ਸੀ ਵੀ ਕਰੋਨਾ ਤੇ ਕੈਪਟਨ ਸਾਹਿਬ ਕਰੋਨਾ ਦੀ ਆੜ 'ਚ ਲੈ ਕੇ ਤੇ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਇਸ ਇਲੈਕਸ਼ਨ ਨੂੰ ਥੋੜਾ ਡਿਲੇ ਕਰਦੇ ਵੀ, ਕਿਉਂਕਿ ਇਸ ਸਮੇਂ ਪੰਜਾਬ ਦੇ ਵਿੱਚ ਤਾਂ ਅੱਗ ਵੱਧ ਰਹੀ ਹੈ ਕਿਸਾਨੀ ਅੰਦੋਲਨ ਦੀ। ਪਰ ਜਦੋਂ ਸਾਨੂੰ ਪਤਾ ਲੱਗਿਆ ਵੀ ਜਿਹੜੀ ਸਿਆਸੀ ਧਿਰ ਆ, ਜਿਹੜੀ ਮੌਜੂਦਾ ਧਿਰ ਆ, ਦੋਨੇ ਪਾਰਟੀਆਂ ਅਕਾਲੀ ਪਾਰਟੀ ਤੇ ਕਾਂਗਰਸ ਪਾਰਟੀ ਰਲ ਕੇ ਇਹ ਪਾਰੀ ਖੇਡਣ ਦੇ ਹੱਕ ਦੇ ਵਿੱਚ ਆ ਵੀ ਚਲੋ ਸਾਰੇ ਜਣੇ ਉੱਧਰ ਉਲਝੇ ਹੋਏ ਆ ਤੇ ਅਸੀਂ ਫਟਾਫਟ ਨਗਰ ਨਿਗਮ ਦੀਆਂ ਚੋਣਾਂ ਕਰਵਾ ਕੇ ਆਪਣੇ ਆਪ ਨੂੰ ਜਿੱਤਿਆ ਹੋਇਆ ਹਾਸਲ ਕਰ ਲਈਏ, ਉੱਥੇ ਸਾਨੂੰ ਆਪਣੇ ਯੋਧੇ ਮੈਦਾਨ 'ਚ ਉਤਾਰਨੇ ਪੈਣੇ ਸੀ। ਇਹ ਚੀਜ਼ ਬਹੁਤ ਉਛਲ ਕੇ ਸਾਹਮਣੇ ਆਈ ਕਿ ਅਰਵਿੰਦ ਕੇਜਰੀਵਾਲ ਨੇ ਜਿਹੜਾ ਹੈ ਨੋਟੀਫਾਈ ਖੇਤੀ ਕਾਨੂੰਨਾਂ ਨੂੰ ਕੀਤਾ ਤੇ ਉਸ ਤੋਂ ਬਾਅਦ ਇਹ ਵੀ ਇਲਜ਼ਾਮ ਲੱਗੇ ਕਿ ਅਰਵਿੰਦ ਕੇਜਰੀਵਾਲ ਨੇ ਬਹੁਤ ਵੱਡਾ ਯੂ ਟਰਨ ਲਿਆ ਹੈ ਕਿਸਾਨੀ ਅੰਦੋਲਨ ਨੂੰ ਵੇਖਦਿਆਂ ਹੋਇਆ, ਕਿਸਾਨਾਂ ਦੇ ਗੁੱਸੇ ਨੂੰ ਵੇਖਦਿਆਂ ਹੋਇਆ। ਪਹਿਲਾਂ ਤੇ ਨੋਟੀਫਾਈ ਕਰਕੇ ਜਿਹੜੇ ਕਾਨੂੰਨ ਨੇ ਉਹ ਦਿੱਲੀ ਦੇ ਵਿੱਚ ਲਾਗੂ ਕੀਤੇ, ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਜਿਹੜੇ ਕਾਨੂੰਨ ਪਾੜ ਕੇ ਡਰਾਮਾ ਕੀਤਾ। ਦੇਖੋ ਜੀ, ਕੇਂਦਰ ਦਾ ਬਿੱਲ ਸਟੇਟਸ ਪਾਸ ਕਰਨਗੇ, ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾੜ ਕੇ ਇਹ ਸ਼ੋਅ ਕਰਤਾ ਕਿ ਮੈਂ ਇਹਨਾਂ ਦੇ ਵਿੱਚ ਹੱਕ ਨਹੀਂ ਆ। ਲੋਕਾਂ ਨੂੰ ਤਾਂ ਜੇ ਉਹਨਾਂ ਨੇ ਘਰ 'ਚ ਕੋਈ ਖੰਘ ਵੀ ਜਾਂਦਾ ਤਾਂ ਸਭ ਨੂੰ ਇਹਨਾਂ ਦੋਨਾਂ ਪਾਰਟੀਆਂ ਨੂੰ ਲੱਗਦਾ ਵੀ ਇਹ 'ਚ ਕੇਜਰੀਵਾਲ ਦਾ ਹੱਥ ਹੈ। ਇੱਕ ਵੀ ਤੁਸੀਂ ਮੰਚ ਐਸਾ ਦਿਖਾ ਦਿਓ ਜਿੱਥੇ ਅਸੀਂ ਪਾਰਟੀ ਝੰਡੇ ਤੇ ਲੋਗੋ ਨਾਲ ਗਏ, ਇੱਕ ਵੀ ਜਗ੍ਹਾ ਤੇ ਸਾਡਾ ਕੋਈ ਬਿਆਨ ਦੱਸ ਦਿਓ। ਬੇਸ਼ੱਕ ਸਾਡੇ ਉੱਥੇ ਪਾਰਟੀ ਦੇ ਐਮਐਲਏ ਜਾਂਦੇ ਆ, ਦਿੱਲੀ ਵਾਲੇ ਵੀ, ਪੰਜਾਬ ਦੇ ਵੀ, ਇੱਕ ਜਗ੍ਹਾ ਵੀ ਸਿੰਗਲ ਐਸੀ ਦੱਸ ਦਿਓ ਜਿੱਥੇ ਕਿਸੇ ਨੇ ਕਿਹਾ ਹੋਵੇ ਵੀ ਆਪਣੀ ਸਿਕਿਉਰਿਟੀ ਲੈ ਕੇ ਕਿਹਾ ਹੋਵੇ ਵੀ ਅਸੀਂ ਆਮ ਆਦਮੀ ਪਾਰਟੀ ਵੱਲੋਂ ਰਿਪਰੈਜ਼ੈਂਟੇਸ਼ਨ ਦੇਣ ਆਏ ਆ। ਅਸੀਂ ਨਹੀਂ, ਅਸੀਂ ਤਾਂ ਪੰਜਾਬ ਦੇ ਧੀਆਂ ਪੁੱਤ ਬਣ ਕੇ ਜਾਂਦੇ ਹਾਂ ਜੀ। ਮੈਮ ਕੇਜਰੀਵਾਲ ਜੀ ਸਿੰਘੂ ਬਾਰਡਰ ਤੇ ਗਏ ਨੇ ਤੇ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਮਿਲੇ, ਉਸ ਤੋਂ ਬਾਅਦ ਲੰਘੇ ਦਿਨੀ ਵੀ ਜਿਹੜੇ ਕੇਜਰੀਵਾਲ ਜੀ ਨੇ ਸਿੰਘੂ ਬਾਰਡਰ ਤੇ ਗਏ ਨੇ, ਪਰ ਲਗਾਤਾਰ ਦੋਸ਼ ਇਹੀ ਲੱਗ ਰਹੇ ਨੇ ਕਿ ਸਿਰਫ ਸਿਆਸਤ ਚਮਕਾਉਣ ਦੇ ਲਈ ਅਰਵਿੰਦ ਕੇਜਰੀਵਾਲ ਕਿਸਾਨਾਂ ਨੂੰ ਮਿਲਣ ਗਏ ਨੇ। ਇੰਨੇ ਦਿਨ ਉੱਥੇ ਕਿਸਾਨ ਬੈਠੇ ਨੇ, ਇੰਨੇ ਦਿਨ ਤੋਂ ਕਿਉਂ ਨਹੀਂ ਆਮ ਆਦਮੀ ਪਾਰਟੀ ਨੂੰ ਯਾਦ ਆਈ ਕਿਸਾਨਾਂ ਦੀ? ਕੇਂਦਰ ਸਰਕਾਰ ਨੇ ਜਿਸ ਦਿਨ ਬਿੱਲ ਬਣਾਏ ਸੀ ਉਸੇ ਦਿਨ ਜਦੋਂ ਕਿਸਾਨੀ ਸੰਘਰਸ਼ ਸੀ 12 ਅਕਤੂਬਰ ਨੂੰ ਉੱਥੇ ਜੰਤਰ ਮੰਤਰ ਧਰਨਾ ਲਾਇਆ ਸੀ। ਮੋਦੀ ਸਾਹਿਬ ਨੂੰ ਉਹਦੇ ਵੀ ਅਸੀਂ ਚੇਤਾਵਨੀ ਦਿੱਤੀ ਸੀ ਆਮ ਆਦਮੀ ਪਾਰਟੀ ਨੇ, ਬਹੁਤ ਵੱਡਾ ਸੰਘਰਸ਼ ਆਏਗਾ ਜਿਹੜਾ ਤੇਰੇ ਤੋਂ ਸੰਭਲਿਆ ਨਹੀਂ ਜਾਣਾ, ਅਜੇ ਵੀ ਸੰਭਲ ਜਾ। ਪਹਿਲੇ ਦਿਨ ਤੋਂ ਅਸੀਂ ਆਮ ਆਦਮੀ ਪਾਰਟੀ ਦੇ ਵੱਲੋਂ ਨਹੀਂ, ਉਹਨਾਂ ਦੇ ਨਾਲ ਸੰਘਰਸ਼ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ। ਜੇ ਉਹਨਾਂ ਨੇ ਜੇਲ੍ਹਾਂ ਮੰਗੀਆਂ ਜਿਹਦਾ ਖਮਿਆਜਾ ਖੁਦ ਕੇਜਰੀਵਾਲ ਜੀ ਨੂੰ ਭੁਗਤਣਾ ਪਿਆ, ਇੱਕ ਦਿਨ ਦਾ ਨਜ਼ਰਬੰਦ ਕੀਤਾ ਗਿਆ। ਹੁਣ 2022 ਆਉਣ ਵਾਲੀ ਹੈ, ਉਸ ਇਹਨਾਂ 4 ਸਾਲਾਂ ਦੇ ਫਰਕ ਦੇ ਵਿੱਚ ਆਮ ਆਦਮੀ ਪਾਰਟੀ ਦੇ ਅੰਦਰ ਬਹੁਤ ਸਾਰੇ ਉਤਾਰ ਚੜ੍ਹਾਏ, ਜਿਵੇਂ ਅਮਰਜੀਤ ਸੰਦੋਆ ਜੀ ਸੀ ਉਹ ਦੁਬਾਰਾ ਪਾਰਟੀ 'ਚ ਸ਼ਾਮਿਲ ਹੋਏ, ਬਹੁਤ ਸਾਰੇ ਵਿਧਾਇਕ ਜਿਹੜੇ ਨੇ ਸਾਥ ਛੱਡ ਕੇ ਗਏ ਔਰ ਨਾਲ ਦੀ ਨਾਲ ਰਲਦੇ ਰਹੇ। ਪਰ ਮੈਮ ਕਿਤੇ ਨਾ ਕਿਤੇ ਜਿਹੜਾ ਪਾਰਟੀ ਦਾ ਅਕਸ ਹੈ ਉਹ ਜ਼ਰੂਰ ਕਮਜ਼ੋਰ ਹੋਇਆ। ਬਿਲਕੁਲ ਨਹੀਂ ਜੀ ਕਮਜ਼ੋਰ ਹੋਇਆ। ਪਹਿਲਾਂ ਅਸੀਂ ਮੁੱਖ ਵਿਰੋਧੀ ਤੇ ਅਸੀਂ ਲੋਕਾਂ ਨੂੰ ਕਿੰਨੇ 3-4 ਸਾਲਾਂ ਦੇ ਵਿੱਚ ਕੰਮ ਕਰਕੇ ਦਿਖਾਇਆ ਵੀ ਜੇ ਤੁਸੀਂ ਸਾਨੂੰ ਅਣਜਾਣ ਲੋਕਾਂ ਨੂੰ ਮੁੱਖ ਵਿਧਾਨ ਸਭਾ 'ਚ ਪਹੁੰਚਾਇਆ ਤਾਂ ਅਸੀਂ ਤੁਹਾਡੇ ਹੱਕਾਂ ਲਈ ਲੜੇ। ਅੱਜ ਵੀ ਪਾਰਟੀ ਦਾ ਅਕਸ ਅੱਜ ਉਦੋਂ ਦੁੱਗਣਾ ਹੋ ਕੇ ਆਇਆ। ਪਿਛਲੀ ਵਾਰ ਬੇਸ਼ੱਕ ਸਾਨੂੰ ਲੱਗਦਾ ਹੋਵੇ ਅਸੀਂ ਸਰਕਾਰ ਬਣਾ ਨਹੀਂ ਪਾਈ, ਪਰ 22 ਦੇ ਵਿੱਚ ਹੁਣ ਸਾਨੂੰ ਲੋਕ ਕਹਿ ਰਹੇ ਆ ਵੀ ਅਸੀਂ ਤੁਹਾਡੀ ਸਰਕਾਰ ਬਣਾਉਣਾ ਚਾਹੁੰਦੇ ਆ। ਸਤਿ ਸ਼੍ਰੀ ਅਕਾਲ, ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ। ਇਨੀ ਦਿਨੀ ਜਿੱਥੇ ਕਿਸਾਨੀ ਅੰਦੋਲਨ ਸਿਖਰਾਂ ਤੇ ਹੈ, ਉੱਥੇ 2022 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਸ ਦੀਆਂ ਤਿਆਰੀਆਂ ਦੀ ਜ਼ੋਰ ਅਜਮਾਇਸ਼ ਵੀ ਸਾਰੀਆਂ ਪਾਰਟੀਆਂ ਦੇ ਵੱਲੋਂ ਜਿਹੜੀ ਸ਼ੁਰੂ ਹੈ ਉਹ ਕਰ ਦਿੱਤੀ ਗਈ ਹੈ। ਸੈਮੀਫਾਈਨਲ ਜਿਹੜਾ ਮੈਚ, ਜਦੋਂ ਕੋਈ ਮੈਚ ਹੁੰਦਾ ਨਾ ਉਸ ਤੋਂ ਪਹਿਲਾਂ ਪਾਰਟਸ ਹੁੰਦੇ ਨੇ, ਪਹਿਲਾਂ ਟੈਸਟ ਮੈਚ ਹੁੰਦਾ ਹੈ, ਉਸ ਤੋਂ ਬਾਅਦ ਸੈਮੀਫਾਈਨਲ, ਫਿਰ ਫਾਈਨਲ, ਤੇ ਹੁਣ ਸੈਮੀਫਾਈਨਲ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਸਿਆਸੀ ਧਿਰਾਂ ਨੇ ਸ਼ੁਰੂ ਕਰ ਦਿੱਤੀਆਂ ਨੇ, ਯਾਨੀ ਕਿ ਨਗਰ ਨਿਗਮ ਦੀਆਂ ਚੋਣਾਂ। ਆਮ ਆਦਮੀ ਪਾਰਟੀ ਨੇ ਵੀ ਨਗਰ ਨਿਗਮ ਦੀਆਂ ਚੋਣਾਂ ਆਪਣੇ ਚੋਣ ਨਿਸ਼ਾਨ ਝਾੜੂ ਤੇ ਜਿਹੜਾ ਲੜਨ ਦਾ ਐਲਾਨ ਕੀਤਾ ਹੈ। ਤੇ ਸਾਡੇ ਨਾਲ ਇਸ ਵੇਲੇ ਡਿਪਟੀ ਲੀਡਰ ਆਫ ਓਪੋਜੀਸ਼ਨ ਮੈਡਮ ਸਰਬਜੀਤ ਕੌਰ ਮਾਣੂਕੇ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੇ ਮੈਮ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਸਟਾਰ ਟੀਵੀ ਤੇ। ਮੇਰੇ ਵੱਲੋਂ ਪੰਜਾਬ ਸਟਾਰ ਟੀਵੀ ਦੇ ਸਾਰੇ ਦਰਸ਼ਕਾਂ ਦਾ ਫਤਿਹ ਦੀ ਸਾਂਝ ਕਰਦੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਮ ਜਿੱਦਾਂ ਕਿ ਅਨਾਉਂਸ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਨੇ ਆਪਣੇ ਚੋਣ ਨਿਸ਼ਾਨ ਝਾੜੂ ਤੇ ਲੜੀਆਂ ਜਾਣਗੀਆਂ, ਤੇ ਮੈਮ ਇੱਕ ਸੀ 2017 ਜਦੋਂ ਆਪ ਦਾ ਜਿਹੜਾ ਕ੍ਰੇਜ਼ ਆ ਸਿਰ ਚੜ੍ਹ ਕੇ ਬੋਲਦਾ ਸੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਉਤਾਰ ਚੜ੍ਹਾਅ ਪਾਰਟੀ ਦੇ ਵਿੱਚ ਆਉਂਦੇ ਗਏ ਤੇ ਅਜਿਹੇ ਦੇ ਵਿੱਚ ਹੁਣ ਇੱਕ ਸੈਮੀਫਾਈਨਲ ਮੈਚ ਦੀ ਤਰ੍ਹਾਂ ਸਭ ਤੋਂ ਪਹਿਲਾਂ ਤੁਸੀਂ ਨਗਰ ਨਿਗਮ ਚੋਣਾਂ ਤੋਂ 2022 ਦੀ ਜਿਹੜੀ ਸ਼ੁਰੂਆਤ ਹੈ ਉਹ ਕਰਨ ਜਾ ਰਹੇ ਹੋ। ਕੀ ਲੱਗਦਾ ਮੈਮ ਤੁਹਾਨੂੰ? ਦੇਖੋ ਜੀ, ਅਸੀਂ ਤਾਂ ਚਾਹੁੰਦੇ ਸੀ ਵੀ ਕਰੋਨਾ ਤੇ ਕੈਪਟਨ ਸਾਹਿਬ ਕਰੋਨਾ ਦੀ ਆੜ 'ਚ ਲੈ ਕੇ ਤੇ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਇਸ ਇਲੈਕਸ਼ਨ ਨੂੰ ਥੋੜਾ ਡਿਲੇ ਕਰਦੇ ਵੀ, ਕਿਉਂਕਿ ਇਸ ਸਮੇਂ ਪੰਜਾਬ ਦੇ ਵਿੱਚ ਤਾਂ ਅੱਗ ਵੱਧ ਰਹੀ ਹੈ
ਕਿਸਾਨੀ ਅੰਦੋਲਨ ਦੀ। ਪਰ ਜਦੋਂ ਸਾਨੂੰ ਪਤਾ ਲੱਗਿਆ ਵੀ ਜਿਹੜੀ ਸਿਆਸੀ ਧਿਰ ਆ, ਜਿਹੜੀ ਮੌਜੂਦਾ ਧਿਰ ਆ, ਦੋਨੇ ਪਾਰਟੀਆਂ ਅਕਾਲੀ ਪਾਰਟੀ ਤੇ ਕਾਂਗਰਸ ਪਾਰਟੀ ਰਲ ਕੇ ਇਹ ਪਾਰੀ ਖੇਡਣ ਦੇ ਹੱਕ ਦੇ ਵਿੱਚ ਆ ਵੀ ਚਲੋ ਸਾਰੇ ਜਣੇ ਉਧਰ ਉਲਝੇ ਹੋਏ ਆ ਤੇ ਅਸੀਂ ਫਟਾਫਟ ਨਗਰ ਨਿਗਮ ਦੀਆਂ ਚੋਣਾਂ ਕਰਵਾ ਕੇ ਆਪਣੇ ਆਪ ਨੂੰ ਜਿੱਤਿਆ ਹੋਇਆ ਹਾਸਲ ਕਰ ਲਈਏ। ਉੱਥੇ ਸਾਨੂੰ ਆਪਣੇ ਯੋਧੇ ਮੈਦਾਨ 'ਚ ਉਤਾਰਨੇ ਪੈਣੇ ਸੀ, ਕਿਉਂਕਿ ਵਿਰੋਧੀ ਧਿਰ ਮੁੱਖ ਵਿਰੋਧੀ ਧਿਰ ਹੋਣ ਦੇ ਨਾਤੇ ਸਾਡੀ ਫਰਜ਼ ਬਣਦਾ ਇਹ ਵੀ ਜਿਹੜੇ ਸਾਡੇ ਹੋਰ ਵਲੰਟੀਅਰਸ ਆ, ਜਿਹੜੇ ਇੱਛੁਕ ਆ ਲੋਕ ਸੇਵਾ ਦੇ ਲਈ, ਉਹਨਾਂ ਨੂੰ ਅੱਗੇ ਲਈਏ। ਇਸ ਕਰਕੇ ਅੱਜ ਅਸੀਂ ਇਹ ਸਾਡੇ ਪਾਰਟੀ ਪ੍ਰਧਾਨ ਤੇ ਪੰਜਾਬ ਪ੍ਰਧਾਨ ਜੀ ਨੇ ਪਰਵਾਰੀ ਜੀ ਨੇ ਇਹ ਅਨਾਉਂਸ ਕੀਤਾ ਵੀ ਅਸੀਂ ਸਾਰੀਆਂ ਚੋਣਾਂ ਆਪਣੇ ਝੰਡੇ ਤੇ ਲੜਾਂਗੇ ਜੀ। ਤੇ ਮੈਮ ਨਾਲ ਦੀ ਨਾਲ ਆਪਾਂ ਗੱਲ ਕਰ ਲਈਏ ਕਿ ਜਦੋਂ ਕਿਸਾਨੀ ਅੰਦੋਲਨ ਭਖਿਆ ਨਾ, ਉਸ ਤੋਂ ਬਾਅਦ ਸਿਆਸਤ ਵੀ ਜਿਹੜੀ ਹੈ ਸਿਖਰਾਂ ਤੇ ਹੋਈ ਆ। ਬਹੁਤ ਸਾਰੀਆਂ ਪਾਰਟੀਆਂ ਨੇ, ਜਿਵੇਂ ਅਕਾਲੀ ਦਲ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹਰਸਿਮਰਤ ਕੌਰ ਬਾਦਲ ਵੱਲੋਂ, ਔਰ ਕੇਜਰੀਵਾਲ ਜੀ ਵੱਲੋਂ ਵਿਧਾਨ ਸਭਾ ਦੇ ਵਿੱਚ ਜਿਹੜੇ ਮਤੇ ਨੇ ਉਹ ਪਾੜੇ ਗਏ ਦਿੱਲੀ ਦੇ ਵਿੱਚ। ਪਰ ਉਸ ਤੋਂ ਪਹਿਲਾਂ ਇਹ ਚੀਜ਼ ਬਹੁਤ ਉਛਲ ਕੇ ਸਾਹਮਣੇ ਆਈ ਕਿ ਅਰਵਿੰਦ ਕੇਜਰੀਵਾਲ ਨੇ ਜਿਹੜਾ ਹੈ ਨੋਟੀਫਾਈ ਖੇਤੀ ਕਾਨੂੰਨਾਂ ਨੂੰ ਕੀਤਾ, ਤੇ ਉਸ ਤੋਂ ਬਾਅਦ ਇਹ ਵੀ ਇਲਜ਼ਾਮ ਲੱਗੇ ਕਿ ਅਰਵਿੰਦ ਕੇਜਰੀਵਾਲ ਨੇ ਬਹੁਤ ਵੱਡਾ ਯੂ ਟਰਨ ਲਿਆ ਹੈ ਕਿਸਾਨੀ ਅੰਦੋਲਨ ਨੂੰ ਵੇਖਦਿਆਂ ਹੋਇਆ, ਕਿਸਾਨਾਂ ਦੇ ਗੁੱਸੇ ਨੂੰ ਵੇਖਦਿਆਂ ਹੋਇਆ। ਪਹਿਲਾਂ ਤੇ ਨੋਟੀਫਾਈ ਕਰਕੇ ਜਿਹੜੇ ਕਾਨੂੰਨ ਨੇ ਉਹ ਦਿੱਲੀ ਦੇ ਵਿੱਚ ਲਾਗੂ ਕੀਤੇ, ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਜਿਹੜੇ ਕਾਨੂੰਨ ਪਾੜ ਕੇ ਡਰਾਮਾ ਕੀਤਾ। ਦੇਖੋ ਜੀ, ਕੇਂਦਰ ਦਾ ਬਿੱਲ ਸਟੇਟਸ ਪਾਸ ਕਰਨਗੀਆਂ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾੜ ਕੇ ਇਹ ਸ਼ੋਅ ਕਰਤਾ ਕਿ ਮੈਂ ਇਹਨਾਂ ਦੇ ਵਿੱਚ ਹੱਕ ਨਹੀਂ ਆ। ਲੋਕਾਂ ਨੂੰ ਤਾਂ ਜੇ ਉਹਨਾਂ ਦੇ ਘਰ 'ਚ ਕੋਈ ਖੰਘ ਵੀ ਜਾਂਦਾ ਤਾਂ ਸਭ ਨੂੰ ਇਹਨਾਂ ਦੋਨਾਂ ਪਾਰਟੀਆਂ ਨੂੰ ਲੱਗਦਾ ਵੀ ਇਹ 'ਚ ਕੇਜਰੀਵਾਲ ਦਾ ਹੱਥ ਹੈ। ਕੇਜਰੀਵਾਲ ਸਾਹਿਬ ਨੇ ਪਹਿਲੇ ਦਿਨ ਤੋਂ ਇੱਕੋ ਗੱਲ ਕਹੀ ਸੀ ਬਈ ਪੰਜਾਬ ਦੇ ਧੀਆਂ ਬਣ ਕੇ ਪੰਜਾਬ ਦੇ ਕਿਸਾਨੀ ਅੰਦੋਲਨ 'ਚ ਵੜ ਜਾਣ, ਚਾਹੇ ਉਹ ਪਹਿਲੇ ਦਿਨ ਜੇਲਾ ਮੰਗਣਾ ਹੋਵੇ। ਜਵਾਬ ਦਿੱਤਾ। ਅਸੀਂ ਟਰੈਕਟਰ ਮਾਰਚ ਤੋਂ ਲੈ ਕੇ ਅਸੀਂ ਅਖੀਰ ਤੱਕ ਵਿਧਾਨ ਸਭਾ ਤੱਕ ਅਸੀਂ ਉਹਦਾ ਵਿਰੋਧ ਕੀਤਾ, ਤੇ ਸਾਡੇ ਲੋਕ ਜਿਹੜੇ MP ਆ, ਪੰਜਾਬ ਦੇ MP ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਜੀ ਨੇ, ਉਹਨਾਂ ਨੇ ਸੈਂਟਰ ਹਾਲ ਦੇ ਵਿੱਚ ਇੱਕ ਤਰ੍ਹਾਂ ਨਾਲ ਸ਼ਹੀਦਾਂ ਨੂੰ ਸਮਰਪਿਤ ਉਹਦੇ ਪੂਰੇ ਕਿਸਾਨਾਂ ਦੇ ਨਾਲ ਖੜ ਕੇ ਬਿੱਲ ਪਾੜਿਆ, ਤੇ ਉੱਥੋਂ ਜਿਹੜੇ ਬਿੱਲ ਦਾ ਜਿਹਨੂੰ ਬਿੱਲ ਪੜਾਇਆ ਸੀ ਮੋਦੀ ਸਾਹਿਬ, ਉਹਨੂੰ ਭੱਜਣਾ ਪੈ ਗਿਆ ਉੱਥੋਂ। ਅਸੀਂ ਪੰਜਾਬ ਦੇ ਧੀਆਂ ਪੁੱਤ ਬਣ ਕੇ ਇਹ ਕਿਸਾਨੀ ਸੰਘਰਸ਼ ਕਿਸੇ ਪਾਰਟੀ ਵੱਲੋਂ ਨਹੀਂ ਲੜ ਰਹੇ। ਅਸੀਂ ਪੰਜਾਬ ਦੇ ਅੰਨਦਾਤਾ ਦਾ ਤੇ ਪੂਰੇ ਭਾਰਤ ਦੇ ਅੰਨਦਾਤਾ ਦਾ ਕਰਜ਼ ਉਤਾਰਨ ਲਈ ਲੜ ਰਹੇ ਹਾਂ, ਕਿਉਂਕਿ ਅਸੀਂ ਵੀ ਉਸੇ ਮਿੱਟੀ 'ਚ ਪਲੇ ਹਾਂ ਜਿਹੜੀ ਮਿੱਟੀ 'ਚ ਉਹਨੇ ਫਸਲਾਂ ਉਗਾਈਆਂ। ਕਹਿੰਦੇ ਵੀ ਇੱਥੇ ਸਿਆਸਤ ਵੀ ਤੁਸੀਂ ਮੰਚ ਐਸਾ ਦਿਖਾ ਦਿਓ ਜਿੱਥੇ ਅਸੀਂ ਪਾਰਟੀ ਝੰਡੇ ਤੇ ਲੋਗੋ ਨਾਲ ਗਏ। ਇੱਕ ਵੀ ਜਗ੍ਹਾ ਤੇ ਸਾਡਾ ਕੋਈ ਬਿਆਨ ਦੱਸ ਦਿਓ। ਬੇਸ਼ੱਕ ਸਾਡੇ ਉੱਥੇ ਪਾਰਟੀ ਦੇ MLA ਜਾਂਦੇ ਆ, ਦਿੱਲੀ ਵਾਲੇ ਵੀ, ਪੰਜਾਬ ਦੇ ਵੀ। ਇੱਕ ਜਗ੍ਹਾ ਵੀ ਸਿੰਗਲ ਐਸੀ ਦੱਸ ਦਿਓ ਜਿੱਥੇ ਕਿਸੇ ਨੇ ਕਿਹਾ ਹੋਵੇ ਵੀ ਆਪਣੀ ਸਿਕਿਉਰਿਟੀ ਲੈ ਕੇ ਕਿਹਾ ਹੋਵੇ ਵੀ ਅਸੀਂ ਆਮ ਆਦਮੀ ਪਾਰਟੀ ਵੱਲੋਂ ਰਿਪਰੈਜ਼ੈਂਟੇਸ਼ਨ ਦੇਣ ਆਏ ਆ। ਅਸੀਂ ਤਾਂ ਪੰਜਾਬ ਦੇ ਧੀਆਂ ਪੁੱਤ ਬਣ ਕੇ ਜਾਂਦੇ ਹਾਂ ਜੀ। ਤੇ ਮੈਮ ਕੇਜਰੀਵਾਲ ਜੀ ਸਿੰਘੂ ਬਾਰਡਰ ਤੇ ਗਏ ਨੇ, ਤੇ ਸਭ ਤੋਂ ਪਹਿਲਾਂ ਕਿਸਾਨਾਂ ਨਾਲ ਮਿਲੇ। ਉਸ ਤੋਂ ਬਾਅਦ ਲੰਘੇ ਦਿਨੀ ਵੀ ਜਿਹੜੇ ਕੇਜਰੀਵਾਲ ਜੀ ਨੇ ਸਿੰਘੂ ਬਾਰਡਰ ਤੇ ਗਏ ਨੇ, ਪਰ ਲਗਾਤਾਰ ਦੋਸ਼ ਇਹੀ ਲੱਗ ਰਹੇ ਨੇ ਕਿ ਸਿਰਫ ਸਿਆਸਤ ਚਮਕਾਉਣ ਦੇ ਲਈ ਅਰਵਿੰਦ ਕੇਜਰੀਵਾਲ ਕਿਸਾਨਾਂ ਨੂੰ ਮਿਲਣ ਗਏ ਨੇ। ਇੰਨੇ ਦਿਨ ਉੱਥੇ ਕਿਸਾਨ ਬੈਠੇ ਨੇ, ਇੰਨੇ ਦਿਨ ਤੋਂ ਕਿਉਂ ਨਹੀਂ ਆਮ ਆਦਮੀ ਪਾਰਟੀ ਨੂੰ ਯਾਦ ਆਈ ਕਿਸਾਨਾਂ ਦੀ? ਕੇਂਦਰ ਸਰਕਾਰ ਨੇ ਜਿਸ ਦਿਨ ਬਿੱਲ ਬਣਾਏ ਸੀ, ਉਸੇ ਦਿਨ ਜਦੋਂ ਕਿਸਾਨੀ ਸੰਘਰਸ਼ ਅਸੀਂ 12 ਅਕਤੂਬਰ ਨੂੰ ਉੱਥੇ ਜੰਤਰ ਮੰਤਰ ਧਰਨਾ ਲਾਇਆ ਸੀ। ਮੋਦੀ ਸਾਹਿਬ ਨੂੰ ਉਦੋਂ ਵੀ ਅਸੀਂ ਚੇਤਾਵਨੀ ਦਿੱਤੀ ਸੀ ਆਮ ਆਦਮੀ ਪਾਰਟੀ ਨੇ, ਬਹੁਤ ਵੱਡਾ ਸੰਘਰਸ਼ ਆਏਗਾ ਜਿਹੜਾ ਤੇਰੇ ਤੋਂ ਸੰਭਲਿਆ ਨਹੀਂ ਜਾਣਾ, ਅਜੇ ਵੀ ਸੰਭਲ ਜਾ। ਚੇਤਾਵਨੀ ਦੇਣਾ ਸਾਡਾ ਫਰਜ਼ ਸੀ। ਉਸ ਤੋਂ ਬਾਅਦ ਜਦੋਂ ਇਹਨਾਂ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਹੁਣ ਦਿੱਲੀ ਵੱਲ ਨੂੰ ਕੂਚ ਕਰਨਾ, ਕੇਂਦਰ ਦੀ ਤਰਜ਼ ਤੇ BJP ਸਰਕਾਰ ਨੇ ਹਰਿਆਣਾ ਦੇ ਵਿੱਚ ਸਾਡੇ ਕਿਸਾਨਾਂ ਤੇ ਤਰ੍ਹਾਂ ਦੇ ਤਸ਼ੱਦਦ ਢਾਏ। ਉੱਥੇ ਅਰਵਿੰਦ ਜੀ ਦੇ ਸਾਨੂੰ ਸਾਰਿਆਂ ਨੂੰ ਇਹ ਸਾਡਾ ਫੈਸਲਾ ਹੋਇਆ ਵੀ ਆਪਾਂ ਕਿਸਾਨਾਂ ਨੂੰ ਮਹਿਮਾਨਾਂ ਵਾਂਗ ਅੱਗੇ ਲੈ ਕੇ, ਚਾਹੇ ਉਹ ਦਵਾਈ ਦੀ ਸਹੂਲਤ ਹੋਵੇ, ਪਾਣੀ ਦੀ ਸਹੂਲਤ ਹੋਵੇ, ਬਾਥਰੂਮ ਦੀ ਸਹੂਲਤ ਹੋਵੇ। ਪਹਿਲੇ ਦਿਨ ਤੋਂ ਅਸੀਂ ਆਮ ਆਦਮੀ ਪਾਰਟੀ ਦੇ ਵੱਲੋਂ ਨਹੀਂ, ਉਹਨਾਂ ਦੇ ਨਾਲ ਸੰਘਰਸ਼ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹਾਂ। ਜੇ ਉਹਨਾਂ ਨੇ ਜੇਲ੍ਹਾਂ ਮੰਗੀਆਂ, ਜਿਹਦਾ ਖਮਿਆਜਾ ਖੁਦ ਕੇਜਰੀਵਾਲ ਜੀ ਨੂੰ ਭੁਗਤਣਾ ਪਿਆ, ਇੱਕ ਦਿਨ ਦਾ ਨਜ਼ਰਬੰਦ ਕੀਤਾ ਗਿਆ, ਉਹਨਾਂ ਨੇ ਜਵਾਬ ਦਿੱਤਾ, ਰਿਟਰਨ ਦਿੱਤਾ, ਲੋਕਾਂ ਕੋਲੇ ਆ। ਜਿਹਨੂੰ ਲੱਗਦਾ ਅਰਵਿੰਦ ਕੇਜਰੀਵਾਲ ਕਿਸਾਨੀ ਸੰਘਰਸ਼ ਦੇ ਨਾਂ ਤੇ ਆਪਣੀ ਸਿਆਸਤ ਚਮਕਾ ਰਹੇ ਆ, ਉਹ ਜਾ ਕੇ ਉਹਨਾਂ ਦੇ ਜਾਣ ਨਾ, ਉਹਨਾਂ ਨੇ ਸਟੇਜਸ ਤੇ ਬੈਠਣ। ਅਲੱਗ ਧਰਨੇ ਲਾਉਣ ਦੀ ਕੀ ਲੋੜ ਪੈ ਗਈ? ਉਹਨਾਂ ਨੂੰ ਜਾ ਕੇ ਜਸਟੀਫਾਈ ਕਰਨ। ਜਦੋਂ ਪੰਜਾਬ ਦਾ ਕਿਸਾਨ ਕੁਛ ਨਹੀਂ ਬੋਲ ਰਿਹਾ ਬਈ ਸਾਡੇ ਵਿੱਚ ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਜਰਨੈਲ ਸਿੰਘ ਜੀ ਜਾਂ ਸਾਰੇ MLA ਆ ਕੇ ਸਿਆਸਤ ਨਹੀਂ ਚਮਕਾ ਰਹੇ, ਸਾਡੇ ਸਾਥੀ ਬਣ ਕੇ ਮੋਢੇ ਨਾਲ ਮੋਢਾ ਜੋੜ ਰਹੇ ਆ। ਜਿਹੜੇ ਬਾਹਰ ਬੈਠੇ ਘਰਾਂ ਦੇ ਵਿੱਚ ਨਿੱਘੀਆਂ ਰਜਾਈਆਂ 'ਚ ਬੈਠੇ ਆ, ਜਿਨ੍ਹਾਂ ਨੇ ਜਿਹੜੇ ਕਿਤੇ ਕੈਪਟਨ ਸਾਹਿਬ ਜਾਣ ਨਾ ਉਹਨਾਂ ਦੀ ਸਿੰਘੂ ਬਾਰਡਰ, ਜਾਣ ਟਿਕਰੀ ਬਾਰਡਰ, ਜਾਂ ਵੱਡੇ ਬਾਦਲ ਸਾਹਿਬ ਕਹਿੰਦੇ ਮੇਰੀ ਸਿਹਤ ਖਰਾਬ ਹੈ, ਜੇ ਉਹਨਾਂ ਦੀ ਸਿਹਤ ਖਰਾਬ ਹੈ, ਚਲੋ ਮੈਂ ਮੰਨਦੀ ਹਾਂ ਉਮਰ ਜ਼ਿਆਦਾ, ਤੇ ਬਾਕੀਆਂ ਦੀ ਤਾਂ ਉਮਰ ਸਿਹਤ ਠੀਕ ਹੈ ਨਾ, ਉਹ ਜਾਣ। ਦੇਖੋ ਜਿਹੜਾ ਕੁਝ ਕਰ ਰਿਹਾ ਉਹਨੂੰ ਕਰਨ ਦਿਓ, ਕਿਉਂਕਿ ਇਸ ਕਿਸਾਨੀ ਸੰਘਰਸ਼ ਹੈ। ਮੇਰੀ ਤਾਂ ਪਰਮਾਤਮਾ ਅੱਗੇ ਇੱਕੋ ਹੀ ਅਰਦਾਸ ਆ ਵੀ ਇਹ ਜਿੱਤ ਕੇ ਵਾਪਸ ਆਉਣ।
ਪਰ ਮੈਮ ਜਦੋਂ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਸਿਖਰਾਂ ਤੇ ਸੀ 2 ਮਹੀਨੇ ਇੱਥੇ ਕਿਸਾਨਾਂ ਨੇ ਜਿਹੜੀ ਜੰਗ ਹੈ ਉਹ ਲੜੀ ਹੈ ਕੇਂਦਰ ਸਰਕਾਰ ਦੇ ਨਾਲ। ਜਦੋਂ ਸਿਖਰਾਂ ਛੋ ਰਿਹਾ ਸੀ ਕਿਸਾਨੀ ਅੰਦੋਲਨ ਤਾਂ ਟਰੈਕਟਰ ਰੈਲੀ ਕੱਢੀ ਗਈ ਸੀ, ਅਕਾਲੀ ਦਲ ਨੇ ਵੀ ਕੱਢੀ, ਕਾਂਗਰਸ ਨੇ ਵੀ ਕੱਢੀ, ਆਮ ਆਦਮੀ ਪਾਰਟੀ ਵੱਲੋਂ ਵੀ ਵੱਡੇ ਪੱਧਰ ਤੇ ਜਿਹੜੀ ਟਰੈਕਟਰ ਰੈਲੀ ਆ ਤੁਸੀਂ ਵੀ ਉਸ ਰੈਲੀ ਦਾ ਹਿੱਸਾ ਬਣੇ ਸੀ, ਮੌਜੂਦ ਸੀ। ਪਰ ਜਦੋਂ 26-27 ਨਵੰਬਰ ਨੂੰ ਪਾਣੀ ਦੀਆਂ ਬੁਛਾੜਾਂ ਦਾ ਕਿਸਾਨਾਂ ਨੂੰ ਸਾਹਮਣਾ ਕਰਨਾ ਪਿਆ, ਉਸ ਵੇਲੇ ਕੋਈ ਵੀ ਸਿਆਸੀ ਪਾਰਟੀ ਕਿਸਾਨਾਂ ਦੇ ਨਾਲ ਨਹੀਂ ਸੀ। ਦੇਖੋ ਜੀ, ਪਹਿਲੀ ਗੱਲ ਜਿਹੜੀ ਤੁਸੀਂ ਟਰੈਕਟਰ ਰੈਲੀ ਦੀ ਗੱਲ ਕਰ ਰਹੇ ਆ, ਉਹ ਟਰੈਕਟਰ ਰੈਲੀ ਸਾਡੀ ਪਾਰਟੀ ਦੀ ਨਹੀਂ ਸੀ। ਉਹ ਜਦੋਂ ਟਿਕ ਉਧਰੋਂ ਪਾਤੜਾਂ ਤੋਂ ਅੱਗੇ ਅਗਰਾਹਾਂ ਗਰੁੱਪ ਚੱਲਿਆ, ਉਹਦੇ ਵਿੱਚ ਅਸੀਂ ਇੱਕ ਕਿਸਾਨ ਦੇ ਧੀਆਂ ਪੁੱਤ ਬਣ ਕੇ ਗਏ ਆ। ਜਿਹੜੇ ਦੋਨਾਂ ਤੁਸੀਂ ਟਰੈਕਟਰ ਰੈਲੀਆਂ ਦੀ ਦੋਨਾਂ ਪਾਰਟੀਆਂ ਦੀ ਗੱਲ ਕਰ ਰਹੇ ਆ, ਰਾਹੁਲ ਗਾਂਧੀ ਜੀ ਦਿੱਲੀੋਂ ਆਏ ਸੀ, ਉਹ ਟਰੈਕਟਰ ਰੈਲੀ ਉਹਨਾਂ ਦੀ ਸਿਆਸੀ ਸੀ। ਜਿਹੜੀ ਪਹਿਲਾਂ ਵੀ ਉਹਨਾਂ ਅਕਾਲੀਆਂ ਨੇ ਵੀ ਕੱਢੀ, ਉਹ ਵੀ ਸਿਆਸੀ ਸੀ। ਕਿਉਂਕਿ ਹੁਣ ਰਾਹੁਲ ਗਾਂਧੀ ਜੀ ਕਿਉਂ ਨਹੀਂ ਬਾਰਡਰ ਤੇ ਪਹੁੰਚੇ? ਜੇ ਸਾਡੀ ਆਮ ਆਦਮੀ ਪਾਰਟੀ ਨੇ ਕਿਸੇ ਤਰ੍ਹਾਂ ਦੇ ਵੀ ਕਿਸਾਨੀ ਸੰਘਰਸ਼ ਤੋਂ ਇਲਾਵਾ ਅੱਜ ਤੱਕ ਕੋਈ ਪ੍ਰੋਗਰਾਮ ਨਹੀਂ ਪਿੱਟਿਆ। ਇਹ ਸਿਰਫ ਤੇ ਸਿਰਫ ਇਹਨਾਂ ਦੀ ਸਾਨੂੰ ਬਦਨਾਮ ਕਰਨ ਦੀ ਸਿਆਸੀ ਚਾਲ ਹੈ ਜੀ। ਭਗਵੰਤ ਮਾਨ ਜੀ, ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਭਗਵੰਤ ਮਾਨ ਜੀ ਨੇ ਔਰ ਸੰਜੇ ਸਿੰਘ ਜੀ ਨੇ ਸੰਸਦ ਦੇ ਵਿੱਚ ਵਿਰੋਧ ਕੀਤਾ ਹੈ। ਸ਼ਰੇਆਮ ਜਿਹੜੇ ਪੋਸਟਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਖਾਏ ਨੇ ਔਰ ਇਹ ਖਬਰਾਂ ਵੀ ਚੱਲ ਰਹੀਆਂ ਨੇ, ਖੂਬ ਫੈਲ ਰਹੀਆਂ ਨੇ ਕਿ ਭਗਵੰਤ ਮਾਨ ਦੀ ਜਿਹੜੀ ਲੋਕ ਸਭਾ ਦੀ ਮੈਂਬਰਸ਼ਿਪ ਹੈ ਉਹ ਕੈਂਸਲ ਹੋ ਸਕਦੀ ਹੈ। ਦੇਖੋ ਜੀ, ਨਾ ਤਾਂ ਸਾਨੂੰ ਕਿਸੇ ਮੈਂਬਰਸ਼ਿਪ ਦੀ ਪਰਵਾਹ, ਨਾ ਸਾਨੂੰ ਕਿਸੇ ਅਹੁਦਿਆਂ ਦੀ ਪਰਵਾਹ। ਜੇ ਕਿਸਾਨਾਂ ਦੇ ਲਈ ਜਾਨ ਵੀ ਵਾਰਨੀ ਪਵੇ ਤਾਂ ਅਸੀਂ ਜਾਨ ਵਾਰਨ ਨੂੰ ਤਿਆਰ ਹਾਂ, ਕਿਉਂਕਿ ਇਹ ਅੰਨਦਾਤਾ ਦੀ ਰੋਟੀ ਦਾ ਕਰਜ਼ਾ। ਜਿਹੜਾ ਭਾਰਤ ਦਾ ਪੰਜਾਬ ਦਾ ਕਿਸਾਨ 40 ਲੱਖ ਟਨ ਕਰੋਨਾ ਟਕਾਲ ਦੇ ਵਿੱਚ ਵੀ ਦੂਜੇ ਸਟੇਟਾਂ ਨੂੰ ਭੇਜ ਕੇ ਉਹਨਾਂ ਦੇ ਢਿੱਡ ਭਰ ਸਕਦਾ, ਤੇ ਅੱਜ ਅਸੀਂ ਉਹਨੂੰ ਭੁੱਖਾ ਮਰਨ ਦੇ ਦਈਏ? ਕਦੇ ਵੀ ਨਹੀਂ ਹੋਏਗਾ। ਇਹਨਾਂ ਚੀਜ਼ਾਂ ਦੀ ਸਾਨੂੰ ਕੋਈ ਪਰਵਾਹ ਨਹੀਂ। ਜੋ ਕੱਲ੍ਹ ਕਰਦੇ ਆ ਉਹ ਅੱਜ ਕਰਨ। ਸਾਡੇ ਸਾਰਿਆਂ ਤੇ ਪਰਚੇ ਕਰਾਉਣੇ ਚਾਹੁੰਦੇ ਆ, ਪਰਚੇ ਕਰਾਉਣ। ਅੰਦਰ ਸਿੱਟਣਾ ਚਾਹੁੰਦੇ ਆ, ਅੰਦਰ ਸਿੱਟਣ। ਸਾਨੂੰ ਖਤਮ ਕਰਨਾ ਚਾਹੁੰਦੇ ਆ, ਖਤਮ ਕਰਨ। ਪਰ ਕਿਸਾਨਾਂ ਨੂੰ ਕਿਸਾਨਾਂ ਦਾ ਹੱਕ ਦੇ ਕੇ ਰਹਿਣ। ਮੈਮ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰ ਲਈਏ। 2017 ਦੇ ਵਿੱਚ ਆਪ ਵਿਰੋਧੀ ਧਿਰ ਬਣਨ ਦੇ ਵਿੱਚ ਸਫਲ ਹੋ ਗਈ। ਹਾਲਾਂਕਿ ਕਿਆਸਾਂ ਇਹ ਲੱਗ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਪੰਜਾਬ ਦੇ ਵਿੱਚ ਸਰਕਾਰ ਬਣਾਏਗੀ, ਪਰ 2017 ਦੀਆਂ ਵਿੱਚ ਤੁਸੀਂ ਵਿਰੋਧੀ ਧਿਰ ਬਣੇ। ਉਸ ਤੋਂ ਬਾਅਦ ਮੈਮ ਹੁਣ 2022 ਆਉਣ ਵਾਲੀ ਹੈ। ਇਹਨਾਂ 4 ਸਾਲਾਂ ਦੇ ਫਰਕ ਦੇ ਵਿੱਚ ਆਮ ਆਦਮੀ ਪਾਰਟੀ ਦੇ ਅੰਦਰ ਬਹੁਤ ਸਾਰੇ ਉਤਾਰ ਚੜ੍ਹਾਏ, ਜਿਵੇਂ ਅਮਰਜੀਤ ਸੰਦੋਆ ਜੀ ਸੀ, ਉਹ ਦੁਬਾਰਾ ਪਾਰਟੀ 'ਚ ਸ਼ਾਮਿਲ ਹੋਏ। ਬਹੁਤ ਸਾਰੇ ਵਿਧਾਇਕ ਜਿਹੜੇ ਨੇ ਸਾਥ ਛੱਡ ਕੇ ਗਏ ਔਰ ਨਾਲ ਦੀ ਨਾਲ ਰਲਦੇ ਰਹੇ। ਪਰ ਮੈਮ ਕਿਤੇ ਨਾ ਕਿਤੇ ਜਿਹੜਾ ਪਾਰਟੀ ਦਾ ਅਕਸ ਹੈ ਉਹ ਜ਼ਰੂਰ ਕਮਜ਼ੋਰ ਹੋਇਆ ਹੈ। ਬਿਲਕੁਲ ਨਹੀਂ ਜੀ, ਕਮਜ਼ੋਰ ਹੋਇਆ। ਪਹਿਲਾਂ ਅਸੀਂ ਮੁੱਖ ਵਿਰੋਧੀ ਤੇ ਸੀ। ਅਸੀਂ ਲੋਕਾਂ ਨੂੰ ਕਿੰਨੇ 3-4 ਸਾਲਾਂ ਦੇ ਵਿੱਚ ਕੰਮ ਕਰਕੇ ਦਿਖਾਇਆ ਵੀ ਜੇ ਤੁਸੀਂ ਸਾਨੂੰ ਅਣਜਾਣ ਲੋਕਾਂ ਨੂੰ ਮੁੱਖ ਵਿਧਾਨ ਸਭਾ 'ਚ ਪਹੁੰਚਾਇਆ ਤਾਂ ਅਸੀਂ ਤੁਹਾਡੇ ਹੱਕਾਂ ਲਈ ਲੜੇ ਹਾਂ। ਅੱਜ ਵੀ ਪਾਰਟੀ ਦਾ ਅਕਸ ਅੱਜ ਉਦੋਂ ਦੁੱਗਣਾ ਹੋ ਕੇ ਆਇਆ। ਪਿਛਲੀ ਵਾਰ ਬੇਸ਼ੱਕ ਸਾਨੂੰ ਲੱਗਦਾ ਹੋਵੇ ਅਸੀਂ ਸਰਕਾਰ ਬਣਾ ਨਹੀਂ ਪਾਈ, ਪਰ 22 ਦੇ ਵਿੱਚ ਹੁਣ ਸਾਨੂੰ ਲੋਕ ਕਹਿ ਰਹੇ ਆ ਵੀ ਅਸੀਂ ਤੁਹਾਡੀ ਸਰਕਾਰ ਬਣਾਉਣਾ ਚਾਹੁੰਦੇ ਆ। ਤੁਸੀਂ ਕੋਈ ਐਸਾ ਨਾ ਬਈ ਅਸੀਂ ਤੁਹਾਨੂੰ ਦੇਵਾਂਗੇ ਵੋਟਾਂ। ਇਸ ਵਾਰ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੀ ਬਾਰੀ ਆ। ਪਰ ਇਸ ਅੱਜ ਦੀ ਤਰੀਕ ਦੇ ਵਿੱਚ, ਅੱਜ ਦੀ ਘੜੀ ਦੇ ਵਿੱਚ ਕਿਸਾਨੀ ਸੰਘਰਸ਼ ਦਾ ਜਿੱਤਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਆਪਾਂ ਸਾਰੇ ਜਿਉਂਦੇ ਰਹੇ ਤਾਂ 22 'ਚ ਇਲੈਕਸ਼ਨ ਵੀ ਲੜਾਂਗੇ, ਪਰ ਜੇ ਆਪਣਾ ਕਿਸਾਨ ਹੀ ਮਰਦਾ ਰਿਹਾ ਤਾਂ ਕਾਹਦੀਆਂ ਇਲੈਕਸ਼ਨਾਂ ਜੀ। ਮੈਮ ਦਿੱਲੀ ਦੇ ਵਿੱਚ ਜਿੱਦਾਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਪਰ ਸਰਦੀ ਆ, ਸਰਦੀ ਦੇ ਵਿੱਚ ਬੈਠ ਕੇ ਆਪਣਾ ਹੱਕ ਮੰਗ ਰਹੇ ਨੇ। ਔਰ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਕੇਜਰੀਵਾਲ ਸਰਕਾਰ ਨੇ ਜਿਹੜਾ ਅਸਥਾਈ ਜੇਲ੍ਹਾਂ ਬਣਾਉਣ ਦੀ ਮੰਗ ਠੁਕਰਾਈ, ਸਟੇਡੀਅਮ ਨੂੰ ਜੇਲ੍ਹਾਂ ਨਹੀਂ ਬਣਾਉਣ ਦਿੱਤਾ। ਉਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਕੀ ਜਿਹੜੀਆਂ ਸਹੂਲਤਾਂ ਨੇ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਦਿੱਤੀਆਂ ਨੇ? ਕੰਬਲ, ਦਵਾਈਆਂ, ਜਾਂ ਉਹਨਾਂ ਨੇ ਪਹਿਲੇ ਦਿਨਾਂ 'ਚ ਜੋ ਪ੍ਰਬੰਧ ਬਣਦੇ ਸੀ, ਜਿਹੜੇ ਉੱਥੋਂ ਦੇ ਸਾਰੇ, ਇਹ ਵੀ ਨਹੀਂ ਵੀ ਭੇਜਤਾ ਵੀ ਆ ਲੈ ਲਓ। ਪ੍ਰੋਪਰ ਇੱਕ MLA ਦੀ ਡਿਊਟੀ ਲੱਗੀ, ਜਿਨ੍ਹਾਂ ਨੇ ਉੱਥੇ ਖੜ ਕੇ ਉਹਨਾਂ ਨੂੰ ਐਜ਼ ਅ ਮਹਿਮਾਨ, ਐਜ਼ ਅ ਗੈਸਟ ਪੂਰਾ ਅਟੈਂਡ ਕੀਤਾ। ਹੁਣ ਜਿਵੇਂ ਜਿਵੇਂ ਬਾਕੀ ਦੀਆਂ ਸੰਸਥਾਵਾਂ ਆ ਗਈਆਂ, ਉਵੇਂ ਅਸੀਂ ਜ਼ਰੂਰ ਪਿੱਛੇ ਹਟੇ, ਕਿਉਂਕਿ ਬਾਕੀ ਸਾਰੇ ਕਰ ਰਹੇ ਆ। ਹੁਣ ਵੀ ਅੱਜ ਦੀ ਤਰੀਕ ਦੇ ਵਿੱਚ ਵੀ ਅਸੀਂ ਇਹ ਸਾਰਾ ਕੁਝ ਤਾਂ ਕਰ ਹੀ ਰਹੇ ਹਾਂ। ਪ੍ਰੋਪਰ ਉੱਥੇ ਰਸੋਈਆਂ ਲੱਗੀਆਂ, ਪਰ ਅਸੀਂ ਕੁਝ ਨਹੀਂ ਕਰ ਰਹੇ। ਅਸੀਂ ਤਾਂ ਸਿਰਫ ਤੇ ਸਿਰਫ ਅੰਨਦਾਤਾ ਦਾ ਖਾਧਾ ਅੰਨ ਦਾ ਕਰਜ਼ ਮੋੜ ਰਹੇ ਆ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗੀ, ਜਿਹੜੇ ਲੋਕ ਇਸ ਚੀਜ਼ ਦਾ ਵਿਰੋਧ ਕਰ ਰਹੇ ਆ, ਇੱਕੋ ਹੀ ਗੱਲ ਕਰੋ, ਵਿਰੋਧ ਕਰੋ, ਤੁਹਾਡਾ ਹੱਕ ਹੈ। ਕਿਉਂਕਿ ਆਪਣੇ ਸੰਵਿਧਾਨ 'ਚ ਵੀ ਲਿਖਿਆ ਜਿਹੜੀ ਚੀਜ਼ ਦਾ ਵਿਰੋਧ ਕਰਨਾ ਕਰ ਸਕਦੇ ਆ। ਤੁਸੀਂ ਅੰਨਦਾਤਾ ਦਾ ਪਕਾਇਆ ਬਣਾਇਆ ਅੰਨ ਖਾਣਾ ਬੰਦ ਕਰ ਦਿਓ। ਰੱਜ ਕੇ ਵਿਰੋਧ ਕਰੋ। ਰੱਜ ਕੇ ਵਿਰੋਧ ਕਰੋਗੇ ਤਾਂ ਜ਼ਿਆਦਾ ਉਹ ਭੁੱਖੇ ਰਹਿ ਕੇ ਮੈਨੂੰ ਪਾਣੀ ਪੀ ਕੇ ਵਿਰੋਧ ਕਰਕੇ ਦਿਖਾਓ ਜੀ। ਮੈਮ ਜਿੱਦਾਂ ਕਿਸਾਨੀ ਅੰਦੋਲਨ ਤੁਸੀਂ ਪਹਿਲਾਂ ਵੀ ਕਹਿ ਕੇ ਹਟੇ ਹੋ ਵੀ ਜੇ ਅੰਨਦਾਤਾ ਹੀ ਮਰਦਾ ਰਿਹਾ ਤਾਂ ਕਾਹਦੀਆਂ ਚੋਣਾਂ, ਪਰ ਇੱਥੇ ਨਗਰ ਨਿਗਮ ਚੋਣਾਂ ਦੀ ਅੱਜ ਅਨਾਊਂਸਮੈਂਟ ਕੀਤੀ ਗਈ ਹੈ ਕਿ ਆਮ ਆਦਮੀ ਪਾਰਟੀ ਚੋਣਾਂ ਲੜੇਗੀ। ਤੁਹਾਨੂੰ ਕੀ ਲੱਗਦਾ ਮੈਮ, ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿੱਥੇ ਕਿਸਾਨ ਇੱਕ ਪਾਸੇ ਮਰ ਰਿਹਾ ਹੋਵੇ, ਸਰਦੀਆਂ ਦੇ ਦਿਨ ਹੋਣ, ਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੀਆਂ ਚੋਣਾਂ ਲੜਨੀਆਂ ਕਿੱਥੇ ਤੱਕ ਸਾਰਥਕ ਨੇ?
ਦੇਖੋ ਜੀ ਬਿਲਕੁਲ ਨਹੀਂ ਹੈ। ਇਸ ਗੱਲ ਨੇ ਕੈਪਟਨ ਸਾਹਿਬ ਨੂੰ ਅਨਾਉਂਸਮੈਂਟ ਨਹੀਂ ਕਰਨੀ ਚਾਹੀਦੀ ਸੀ। ਅਸੀਂ ਤਾਂ ਬਹੁਤ ਲੇਟ ਆ, ਮੇਰੇ ਖਿਆਲ ਚ 2-3 ਮਹੀਨੇ ਤੋਂ ਦੋਨੇ ਪਾਰਟੀਆਂ ਬੜੀ ਜ਼ੋਰ ਸ਼ੋਰ ਦੇ ਨਾਲ, ਤੁਸੀਂ ਦੇਖੇ ਹੋਵੋਗੇ ਪੋਸਟਰ ਫਲੈਕਸਿਸ ਲੱਗੇ ਹੋਏ ਆ। ਪਰ ਹੁਣ ਸਾਡੇ ਇਹ ਆ ਵੀ ਜੇ ਇਹਨਾਂ ਨੂੰ ਬਿਲਕੁਲ ਹੀ ਮੈਦਾਨ ਖਾਲੀ ਕਰਤਾ ਤਾਂ ਕਿਤੇ ਨਾ ਕਿਤੇ ਅਸੀਂ ਨੁਕਸਾਨ ਪਾਵਾਂਗੇ। ਫਿਰ ਤਾਂ ਨਗਰ ਕੌਂਸਲਾਂ 'ਚ ਜਿਹੜੀ ਜੋ ਸੀਵਰੇਜ ਗੰਦੇ ਪਾਣੀ ਦੀ ਸਮੱਸਿਆ, ਜਦ ਭ੍ਰਿਸ਼ਟਾਚਾਰ ਦਾ ਬੋਲਬਾਲਾ ਨਗਰ ਕੌਂਸਲਾਂ ਸਥਾਨਕ ਸਰਕਾਰਾਂ ਦੇ ਵਿੱਚ ਉਹ ਬਰਕਰਾਰ ਰਹੇਗਾ। ਪਰ ਹਰ ਫਰੰਟ ਤੇ ਸਾਨੂੰ ਲੜਨਾ ਪਏਗਾ। ਸਾਡੇ ਬੜੇ ਸਾਰੇ ਐਮਐਲਏ ਜਿਨ੍ਹਾਂ ਦੇ ਹਲਕਾ 'ਚ ਚੋਣ ਨਹੀਂ ਹੋ ਰਹੀ, ਉਹਨਾਂ ਦੀ ਡਿਊਟੀਆਂ ਅਸੀਂ ਉੱਧਰ ਲਾਵਾਂਗੇ। ਅਸੀਂ ਸਾਰੇ ਜਾਵਾਂਗੇ। ਬਾਕੀ ਅਸੀਂ ਪਾਰਟੀ ਦੇ ਵਲੰਟੀਅਰ ਸਾਡੇ ਤਿਆਰ ਆ। ਜਿਹੜਾ ਕੋਈ ਲੜਨਾ ਚਾਹੁੰਦਾ ਉਹ ਲੜੇਗਾ। ਪਰ ਇੱਕ ਗੱਲ ਜ਼ਰੂਰ ਆ, ਇਮਾਨਦਾਰੀ ਦੀ ਇਲੈਕਸ਼ਨ ਆ, ਇਮਾਨਦਾਰੀ ਦੀ ਲੜਾਈ ਆ। ਮੈਮ, ਭਾਜਪਾ ਸਰਕਾਰ ਦਾ ਬਹੁਤ ਵੱਡੇ ਪੱਧਰ ਤੇ ਜਿਹੜਾ ਵਿਰੋਧ ਹੈ ਉਹ ਹੋ ਰਿਹਾ ਹੈ। ਸਾਰੀਆਂ ਪਾਰਟੀਆਂ ਨੂੰ ਇੱਕੋ ਨਿਗਾਹ ਦੇ ਨਾਲ ਵੇਖਿਆ ਜਾ ਰਿਹਾ ਹੈ ਕਿ ਪਾਰਟੀਆਂ ਕਿਸਾਨਾਂ ਦੇ ਨਾਮ ਤੇ ਸਿਆਸਤ ਕਰ ਰਹੀਆਂ ਨੇ, ਪਰ ਭਾਜਪਾ ਬਹੁਤ ਜ਼ੋਰਦਾਰ ਸ਼ਬਦਾਂ ਦੇ ਵਿੱਚ ਇਹ ਚੀਜ਼ ਕਹਿ ਰਹੀ ਹੈ ਕਿ 2022 ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣੇਗੀ ਔਰ ਸਾਰੀਆਂ ਪਾਰਟੀਆਂ ਨੂੰ ਪਤਾ ਲੱਗ ਜਾਏਗਾ ਕਿ ਭਾਜਪਾ ਕਿਵੇਂ ਜਿਹੜੇ ਲੋਕ ਭਲਾਈ ਦੇ ਕੰਮ ਹੈ ਉਹ ਕਰਦੀ। ਭਾਜਪਾ ਦੀ ਸਰਕਾਰ ਬਣੇਗੀ ਜਾਂ ਨਹੀਂ ਬਣੇਗੀ ਤਾਂ ਬਹੁਤ ਦੂਰ ਦੀ ਗੱਲ ਆ। ਅੱਜ ਉਹਨਾਂ ਦੇ ਇੱਕ ਮੰਤਰੀ ਨੂੰ ਕਹਿ ਦਿਓ ਵੀ ਸਿਰਫ ਕਿਸਾਨੀ ਸੰਘਰਸ਼ 'ਚ ਆ ਜਾਓ, ਤੁਹਾਨੂੰ ਪਤਾ ਲੱਗ ਜਾਏਗਾ ਕਿੰਨਾ ਕੁ ਲੋਕ ਉਹਨਾਂ ਨੂੰ ਪਿਆਰ ਕਰਦੇ ਆ। ਮਨੀਸ਼ ਤਿਵਾੜੀ ਜੀ ਕਹਿੰਦੇ ਹੁੰਦੇ ਸੀ ਵੀ ਦਿੱਲੀ ਮੇਂ ਹਮ ਤੋਂ ਜੀਤ ਰਹੇ हैं। ਪਹਿਲਾਂ ਇੱਕ ਦਿਨ ਪਹਿਲਾਂ ਤੱਕ ਉਹ ਜਿੱਤ ਰਹੇ ਸੀ। ਜਦੋਂ ਉਹਨਾਂ ਤੋਂ ਬਾਅਦ ਚ ਜਿੱਤਣ ਤੋਂ ਬਾਅਦ ਪੁੱਛਿਆ ਗਿਆ ਵੀ ਹਾਰ ਕਿੱਦਾਂ ਗਏ, ਕਹਿੰਦੇ मैंने तो सोचा था जीत ही जाएंगे। ਇਹ ਇਨਕੀ ਜੁਮਲੇਬਾਜ਼ੀ ਇਨਕੀ ਆਦਤ ਹੈ। ਜੁਮਲੇਬਾਜ਼ੀ ਇਹਨਾਂ ਦੀ ਆਦਤ ਹੈ, ਇਸ ਕਰਕੇ ਬਹੁਤਾ ਵਿਸ਼ਵਾਸ ਕਰਨ ਦੀ ਲੋੜ ਨਹੀਂ। ਤੇ ਮੈਮ, ਅਰਵਿੰਦ ਕੇਜਰੀਵਾਲ ਜੀ ਨੇ, ਦਿੱਲੀ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਯੂਪੀ ਦੇ ਵਿੱਚ ਦਿੱਲੀ ਮਾਡਲ ਨੂੰ ਆਧਾਰ ਬਣਾ ਕੇ ਜਿਹੜਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਮੈਮ, ਤੁਹਾਨੂੰ ਕੀ ਲੱਗਦਾ ਹੈ ਕਿ ਦਿੱਲੀ ਮਾਡਲ ਨੂੰ ਆਧਾਰ ਬਣਾ ਕੇ ਪੰਜਾਬ ਦੇ ਵਿੱਚ ਜਾਂ ਯੂਪੀ ਦੇ ਵਿੱਚ ਚੋਣਾਂ ਲੜਨੀਆਂ ਕੀ ਤੁਹਾਨੂੰ ਸਫਲਤਾ ਮਿਲ ਸਕਦੀ ਹੈ? ਕਿਉਂਕਿ ਇਸ਼ੂਜ਼ ਹਰੇਕ ਸਟੇਟ ਦੇ ਵੱਖਰੇ ਹੁੰਦੇ ਨੇ। ਬਿਲਕੁਲ ਨਹੀਂ ਜੀ। ਸਿਹਤ, ਸਿੱਖਿਆ ਤੇ ਸੁਰੱਖਿਆ ਹਰ ਸਟੇਟ ਨੂੰ ਇੱਕੋ ਤਰੀਕੇ ਨਾਲ ਚਾਹੀਦੀ ਹੈ। ਜਿਹੜੀ ਦਿੱਲੀ 'ਚ ਉਹਨਾਂ ਨੇ ਦੇ ਕੇ ਦਿਖਾਤੀ, ਜੇ ਉਹ ਕਹਿੰਦੇ ਵੀ ਅਸੀਂ ਦਿੱਲੀ 'ਚ ਇਹ ਕਰਕੇ ਦਿਖਾਤਾ, ਤੁਹਾਨੂੰ ਇਹ ਕਰਕੇ ਦਿਖਾਵਾਂਗੇ, ਤਾਂ ਦਿੱਲੀ ਮਾਡਲ ਹੀ ਕਹਾਂਗੇ। ਮੁੱਖ ਪ੍ਰਧਾਨ ਮੰਤਰੀ ਨੇ ਜਦੋਂ ਸੀਐਮ 3 ਵਾਰੀ ਗੁਜਰਾਤ 'ਚ ਰਹੇ ਸੀ, ਉਹਨਾਂ ਨੇ ਕਿਹਾ ਸੀ ਗੁਜਰਾਤ ਮਾਡਲ ਲੈ ਕਰ ਆਊਂਗਾ ਪੂਰੇ ਭਾਰਤ ਮੇਂ। ਠੀਕ ਹੈ, ਗੁਜਰਾਤ 'ਚ ਕੀ ਹੋਇਆ ਦੇਖ ਲਿਆ, ਭਾਰਤ 'ਚ ਕੀ ਕਰਤਾ। ਹੁਣ ਦਿੱਲੀ ਮਾਡਲ ਦੇ ਵਿੱਚ ਜਿਹਨੂੰ ਕੋਈ ਸ਼ੱਕ ਹੈ ਉਹ ਦਿੱਲੀ ਜਾ ਕੇ ਸਾਡੇ ਸਕੂਲ ਦੇਖਣ, ਹਸਪਤਾਲ ਦੇਖਣ ਤੇ ਸੁਰੱਖਿਆ ਦੇ ਕੈਮਰੇ ਲੱਗੇ ਦੇਖਣ, ਲੋਕਾਂ ਤੋਂ ਪੁੱਛਣ। ਲੋਕਾਂ ਨੇ ਸਾਨੂੰ ਤੀਜੀ ਵਾਰ ਸਰਕਾਰ ਬਣਾ ਕੇ ਇਹ ਆਪਣਾ ਦੱਸ ਚੁੱਕੇ ਆ ਵੀ ਅਸੀਂ ਤੁਹਾਡੇ ਨਾਲ ਆ, ਫਿਕਰ ਨਾ ਕਰੋ, ਲੋਕ ਜੋ ਕਹਿੰਦੇ ਆ ਕਹਿਣ ਦਿਓ ਜੀ। ਮੈਮ, ਜਦੋਂ ਚੋਣਾਂ ਹੋਣੀਆਂ ਹੁੰਦੀਆਂ ਨੇ ਨਾ, ਤਾਂ ਵੱਡੇ ਪੱਧਰ ਤੇ ਜਿਵੇਂ ਹੁਣ ਭਾਜਪਾ ਤੋਂ ਬਹੁਤ ਸਾਰੀ ਨਿਰਾਸ਼ਾ ਜਿਹੜੀ ਜਤਾਈ ਜਾ ਰਹੀ ਹੈ, ਬਹੁਤ ਸਾਰੀਆਂ ਸਿਆਸੀ ਪਾਰਟੀਆਂ ਤੋਂ ਲੋਕ ਜਿਹੜੇ ਨੇ ਨਿਰਾਸ਼ ਹੋ ਜਾਂਦੇ ਨੇ। ਪਰ ਮੈਮ, ਬਹੁਤ ਸਾਰੇ ਲੋਕ ਜਦੋਂ ਐਵੇਂ ਪਾਰਟੀਆਂ ਨੂੰ ਵਤੀਰਾ ਜਿਹੜਾ ਕਰਦੇ ਨੇ, ਆਪਣੇ ਆਪ ਚੁਣੇ ਹੋਏ ਨੁਮਾਇੰਦਿਆਂ ਦੇ ਨਾਲ ਜਿਹੜਾ ਵਰਤਾਵ ਹੈ ਉਹ ਸਹੀ ਨਹੀਂ ਕੀਤਾ ਜਾਂਦਾ, ਤਾਂ ਉਸ ਤੇ ਜ਼ਿੰਮੇਵਾਰ ਤੁਸੀਂ ਕਿਹਨੂੰ ਮੰਨਦੇ ਹੋ? ਹਿੰਸਾ ਦੇ ਮੈਂ ਹਮੇਸ਼ਾ ਖਿਲਾਫ ਹਾਂ। ਪਰ ਜੇ ਕੋਈ ਬੰਦਾ ਨਾਰਮਲ ਬੰਦਾ ਵੀ ਆਪਣੇ ਵਾਅਦੇ ਤੋਂ ਮੁਕਰੇ ਤਾਂ ਦੂਸਰਾ ਨਾਰਮਲ ਇਨਸਾਨ ਵੀ ਉਹਨੂੰ ਟਿਕਣ ਨਹੀਂ ਦਿੰਦਾ। ਆਪ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇੱਕ ਗੱਲ ਕਹਿਣੀ ਹੈ, ਮੈਨੀਫੈਸਟੋ ਸੋਚ ਸਮਝ ਕੇ ਬਣਾਓ। ਲੋਕ ਵਿਚਾਰੇ ਕੀ ਕਰਨ ਤੁਹਾਡੇ ਆਸ ਰੱਖ ਕੇ, ਤੁਹਾਡੇ ਪਿੱਛੇ ਲੱਗ ਕੇ, ਤੁਹਾਨੂੰ ਰਾਜਗੱਦੀਆਂ ਤੇ ਬਿਠਾ ਕੇ ਵੀ ਜਦੋਂ ਧੋਖਾ ਬਰਦਾਸ਼ਤ ਕਰਦੇ ਉਹਨਾਂ ਤੋਂ ਨਹੀਂ ਹੋ ਰਿਹਾ। ਹਿੰਸਕ ਅਸੀਂ ਨਹੀਂ ਹੋਣਾ, ਕਿਉਂਕਿ ਪੰਜਾਬ ਦੀ ਧਰਤੀ ਸੂਰਾਂ ਵੀਰਾਂ ਦੀ ਜ਼ਰੂਰ ਧਰਤੀ ਆ, ਪਰ ਅਸੀਂ ਹਿੰਸਕ ਕਦੇ ਨਹੀਂ ਹੋਏ। ਪਰ ਇਹਨਾਂ ਨੂੰ ਸਬਕ ਸਿਖਾਉਣਾ ਵੀ ਇੱਕ ਫਰਜ਼ ਬਣਦਾ ਜੀ। ਬਹੁਤ ਸ਼ੁਕਰੀਆ ਮੈਮ ਸਾਡੇ ਨਾਲ ਜੁੜਨ ਲਈ। ਇਹ ਸਨ ਸਾਡੇ ਨਾਲ ਡਿਪਟੀ ਲੀਡਰ ਆਫ ਓਪੋਜੀਸ਼ਨ ਮੈਡਮ ਸਰਬਜੀਤ ਕੌਰ ਮਾਣੂਕੇ, ਜਿਨ੍ਹਾਂ ਦੇ ਨਾਲ ਅਸੀਂ ਖਾਸ ਤੌਰ ਤੇ ਕਿਸਾਨੀ ਅੰਦੋਲਨ ਦੀ, ਕਿਸਾਨੀ ਮਸਲਿਆਂ ਦੀ ਗੱਲਬਾਤ ਕੀਤੀ ਔਰ ਨਾਲ ਹੀ ਆਮ ਆਦਮੀ ਪਾਰਟੀ ਜਿਹੜੀ ਸੈਮੀਫਾਈਨਲ ਮੈਚ ਹੈ ਯਾਨੀ ਕਿ ਨਗਰ ਨਿਗਮ ਚੋਣਾਂ ਦੇ ਮੈਦਾਨ ਦੇ ਵਿੱਚ ਉਤਰ ਚੁੱਕੀ ਹੈ। ਫਿਰ ਹਾਜ਼ਰ ਹੋਵਾਂਗੇ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।